ਅਗਲੀ ਮਿੰਟ 'ਚ ਗੱਲ ਕਰੀਏ ਫਤਿਹਗੜ੍ਹ ਸਾਹਿਬ ਵਿਖੇ ਦੀਪ ਸਿੱਧੂ ਦੀ ਅੰਤਿਮ ਅਰਦਾਸ ਹੋਈ। ਕੀ ਕੁਛ ਵਾਪਰਿਆ, ਕੀ ਕੁਛ ਹੋਇਆ ਜੀ? ਦੇਖੋ ਮੈਂ ਭਾਸ਼ਣ ਨਹੀਂ ਸੁਣ ਸਕਿਆ ਕਿਉਂਕਿ 1 ਡੇਢ ਵਜੇ ਅੰਤਿਮ ਅਰਦਾਸ ਸੀ। ਉਸ ਤੋਂ ਬਾਅਦ ਮੇਨ ਸਟ੍ਰੀਮ ਦੇ ਚੈਨਲ ਤੇ ਬਾਹਰ ਹੀ ਰਹਿ ਗਏ ਕਿਉਂਕਿ ਸੰਗਤ ਹੀ ਇੰਨੀ ਸੀਗੀ। ਲੋਕ ਵੀ ਦੱਸ ਰਹੇ ਆ ਕਿ ਐਸਾ ਕਦੇ ਭੋਗ ਤੇ ਇਕੱਠ ਨਹੀਂ ਸੀ ਵੇਖਿਆ ਜ਼ਿੰਦਗੀ 'ਚ। ਜੀ। ਸੋ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਜਿੱਥੇ ਕਈ ਮੁੱਖ ਚੈਨਲਾਂ ਦੇ ਪੱਤਰਕਾਰ ਹੀ ਬਾਹਰ ਰਹਿ ਗਏ ਦੀਵਾਨ ਹਾਲ ਦੇ ਕਿਉਂਕਿ ਫਿਰ ਗੇਟ ਬੰਦ ਕਰਨੇ ਪਏ। ਇੰਨਾ ਜ਼ਿਆਦਾ ਇਕੱਠ ਸੀ ਕਿ ਗੇਟ ਤੱਕ ਬੰਦ ਕਰਨੇ ਪਏ। ਸੋ ਇਹ ਸਾਰੀਆਂ ਚੀਜ਼ਾਂ ਸੁਣੀਆਂ। ਅੰਤਮ ਅਰਦਾਸ ਹੋ ਗਈ। ਕੇਸਰੀ ਪੱਗਾਂ ਵਾਲੇ, ਚੁੰਨੀਆਂ ਵਾਲੇ ਸੰਗਤ ਦੇ ਰੂਪ ਦੇ ਵਿੱਚ ਬਈ ਜਿੱਦਾਂ ਠਾਠਾ ਮਾਰਦਾ ਇਕੱਠ ਸੀਗਾ। ਤਾਂ ਉੱਥੇ ਸਪੀਚ ਕਿਨ ਕਿਨ ਕੀਤੀ ਆ, ਕੀ ਕੁਛ ਕਿਹਾ ਗਿਆ, ਕੀ ਕਿਸੇ ਨੇ ਕੋਈ ਗਰਮ ਸਪੀਚ ਦਿੱਤੀ ਹੈ ਕਿਉਂਕਿ ਇੱਕ ਗਰਮ ਹੋਇਆ ਫਿਰਦਾ ਸੀ ਭਾਜਪਾ ਵਾਲਾ ਲੀਡਰ, ਪਤਾ ਨਹੀਂ ਉਹਨੂੰ ਕੀ ਹੋਇਆ, ਮੈਨੂੰ ਤੇ ਸਮਝ ਨਹੀਂ ਆਉਂਦੀ। ਸੋ ਉਹ ਬਾਅਦ ਦੀ ਗੱਲ ਹੈ, ਹੁਣ ਸਵੇਰੇ ਅਖਬਾਰਾਂ ਦੇ ਵਿੱਚ ਦੇਖਾਂਗੇ ਕਿ ਕਿਹੜੀ ਕਿਹੜੀ ਕੋਈ ਸਪੀਚ ਹੋਈ ਹੈ ਕਿਉਂਕਿ ਅੰਦਰੋਂ ਕੋਈ ਲਾਈਵ ਸਪੀਚ ਮੇਰੇ ਘੱਟੋ ਘੱਟ ਨਹੀਂ ਆਈ ਧਿਆਨ ਦੇ ਵਿੱਚ। ਸੋ ਇਸ ਗੱਲੋਂ ਮੈਂ ਮਾਫੀ ਚਾਹੁੰਦਾ, ਸਪੀਚ ਵਗੈਰਾ ਤਾਂ ਨਹੀਂ ਮੈਨੂੰ ਪਤਾ। ਪਰ ਦੂਸਰੀ ਗੱਲ ਜਿਹੜੀ ਸਿਆਸੀ ਪੱਖ ਤੋਂ ਲਈਏ, ਜਿਸ ਤਰ੍ਹਾਂ ਦਾ ਇਕੱਠ ਆ ਉਸ ਨੂੰ ਦੇਖ ਕੇ ਅੱਜ ਸਿਆਸਤਦਾਨਾਂ ਦੇ ਵੀ ਮੱਥੇ ਤੇ ਤਿਉੜੀਆਂ ਆਈਆਂ। ਹੂੰ। ਖਾਸ ਤੌਰ ਤੇ ਕਹਿ ਲਓ ਕਿ ਜੋ VOTING ਲੰਘੀ ਆ, ਇੱਕ ਤੇ ਮਤਲਬ ਕਿ ਇਸ ਇਕੱਠ ਤੋਂ ਬਾਅਦ ਗਿਣਤੀ ਮਿਣਤੀ ਸ਼ੁਰੂ ਹੋ ਗਈ ਹੈ ਕਿ ਇਹ ਕਿੱਧਰ ਨੂੰ ਕਹਾਣੀ ਤੁਰ ਪਈ ਆ। ਤੇ ਦੂਜੀ ਗੱਲ ਇਹ ਆ ਕਿ ਪਹਿਲਾਂ ਜਿਹੜੀ ਗੱਲ ਕਹੀ ਜਾ ਰਹੀ ਸੀਗੀ ਉਸ ਗੱਲ ਨੂੰ ਵੈਸੇ ਤੇ ਹਰੇਕ ਬੰਦਾ ਮੰਨਦਾ ਸੀਗਾ ਕਿ ਕਿਤੇ ਨਾ ਕਿਤੇ ਅਕਾਲੀ ਦਲ ਅੰਮ੍ਰਿਤਸਰ ਨੂੰ ਫਾਇਦਾ ਹੋਏਗਾ। ਤਾਂ ਹੂੰ। ਹੁਣ ਨੁਕਸਾਨ ਕਿਹਦਾ ਹੋਏਗਾ ਉਹ ਵੀ ਗਿਣਤੀ ਮਿਣਤੀ ਚੱਲ ਰਹੀ ਹੈ। ਨਾਲ ਦੀ ਨਾਲ ਉਹ ਵੀ ਚੱਲਣੀ ਸਟਾਰਟ ਹੋ ਗਈ। ਉਹ ਤੁਹਾਡਾ ਭਲਾ ਹੋ ਜੇ, ਇੰਨਾ ਇਕੱਠ ਯਾਰ, ਇੰਨਾ ਇਕੱਠ, ਇਹਦਾ ਮਤਲਬ ਕਿ ਵੋਟ ਵੀ ਭੁਗਤੀ ਹੋਏਗੀ। ਹੁਣ ਵੋਟ ਕਿੰਨੀ ਭੁਗਤੀ ਹੋਏਗੀ, ਇਕੱਠ ਕਿੰਨਾ ਹੋਇਆ, ਇਸੇ ਕੈਲਕੂਲੇਸ਼ਨ ਦੇ ਵਿੱਚ ਅੱਜ ਸਿਆਸੀ ਕੋਟੇ ਵੀ ਹਲਚਲ ਕਰਦੇ ਰਹੇ ਨੇ। ਮਤਲਬ ਕਿ ਖਾਸ ਤੌਰ ਤੇ ਆਮ ਆਦਮੀ ਪਾਰਟੀ ਨੂੰ ਜੇ ਤੁਸੀਂ ਦੇਖੋਗੇ ਤਾਂ ਉਹਨਾਂ ਨੂੰ ਧੂਰੀ ਤੋਂ ਲੈ ਕੇ ਹੇਠਾਂ ਨੂੰ ਇੱਧਰ ਜਿਹੜਾ ਕਿ ਉਹਨਾਂ ਦਾ ਗੜ੍ਹ ਆ ਜੀ। ਬਰਨਾਲਾ, ਮਹਿਲ ਕਲਾਂ ਵੱਲ, ਇੱਧਰ ਨੁਕਸਾਨ ਹੋਣ ਦਾ ਅੰਦੇਸ਼ਾ ਹੈ। ਔਰ ਕੁਝ ਮਾਹਰ ਤੇ ਇਹ ਗੱਲ ਕਹਿ ਰਹੇ ਨੇ, ਮੇਰੇ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਹੈ, ਕੁਝ ਜਿਹੜੇ ਸਾਡੇ ਸੀਨੀਅਰ ਮਾਹਰ ਨੇ ਉਹ ਕਹਿੰਦੇ ਆ ਕਿ ਕਿਉਂਕਿ ਜਿਹੜਾ ਮਾਰਜਨ ਐਤਕੀ ਹੋਏਗਾ ਬੜਾ ਥੋੜਾ ਹੋਏਗਾ। ਤੇ ਇਸ ਤਰ੍ਹਾਂ ਹੂੰ। ਦੀ ਜਿਹੜੀ ਭਾਵੁਕ ਵੋਟ ਹੁੰਦੀ ਹੈ, ਭਾਵੁਕ ਵੋਟ ਤੋਂ ਭਾਵ ਕੀ ਹੈ ਕਿ ਉਹ ਨਹੀਂ ਫਿਰ ਦੇਖਦੇ ਕਿ ਕੀ ਚੱਲ ਰਿਹਾ, ਕੀ ਮੁੱਦਾ ਕੀ ਨਹੀਂ ਹੈ। ਤਾਂ ਇੱਕ ਭਾਵੁਕਤਾ ਦਾ ਵੇਗ ਹੁੰਦਾ ਉਸ ਵਹਿਣ ਦੇ ਨਾਲ ਜਿਹੜੀ ਵਗ ਕੇ ਵੋਟਰ ਦੀ ਵੋਟ ਜਿਹੜੀ ਇੱਕ ਪਾਸੇ ਨੂੰ ਤੁਰਦੀ ਹੈ ਤਾਂ ਉਹਨੂੰ ਆਪਾਂ ਬਲਕ VOTING ਕਹਿ ਦਿੰਦੇ ਆ। ਉਹ ਸਮੀਕਰਨ ਗੜਬੜਾ ਦਿੰਦੀ ਹੈ। ਹਾਲਾਂਕਿ ਉਹ ਜਿੱਤੇ ਜਾਂ ਨਾ ਜਿੱਤੇ ਆ ਉਹ ਬਾਅਦ ਦੀ ਗੱਲ ਆ, ਪਰ ਜਿਹੜਾ ਜਿੱਤ ਰਿਹਾ ਹੁੰਦਾ ਛੋਟੇ ਮਾਰਜਨ ਦੇ ਵਿੱਚੋਂ ਕਈ ਵਾਰ ਉਹ ਰਹਿ ਜਾਂਦਾ ਹੈ। ਸੋ ਇਹ ਗੱਲ ਮੰਨਣ ਵਾਲੀ ਹੈ। ਸੋ ਅੱਜ ਦੇ ਇਸ ਇਕੱਠ ਤੋਂ ਮੈਂ ਜਿਵੇਂ ਕਿਹਾ ਕਿ ਇਕੱਠ ਬਹੁਤ ਭਾਰੀ ਸੀਗਾ। ਤਸਵੀਰਾਂ ਰਾਹੀਂ ਦੇਖਿਆ ਭਾਈ, ਤੁਸੀਂ ਵੀ ਦੇਖਿਆ ਹੋਣਾ, ਵੀਡੀਓ ਰਾਹੀਂ ਦੇਖਿਆ, ਜੀ। ਮੁਸਲਸਲ ਕਵਰੇਜ ਚੱਲਦੀ ਰਹੀ। ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਫਿਰ 12-1 ਵਜੇ ਤੋਂ ਬਾਅਦ ਤੇ ਇੰਨਾ ਜ਼ਿਆਦਾ ਇਕੱਠ ਹੋ ਗਿਆ ਸੀ ਕਿ ਕੁਝ ਪੱਤਰਕਾਰਾਂ ਨੂੰ ਐਂਟਰੀ ਹੀ ਨਹੀਂ ਮਿਲੀ। ਜਿਹੜੇ ਮੇਨ ਸਟ੍ਰੀਮ ਦੇ ਪੱਤਰਕਾਰ ਸੀ, ਜਿਹੜਾ ਮੁੱਖ ਚੈਨਲ ਇੱਥੋਂ ਕਵਰ ਕਰਦਾ ਹੈ, ਉਹਨਾਂ ਦਾ ਪੱਤਰਕਾਰ ਬਾਰ-ਬਾਰ ਕਹਿ ਰਿਹਾ ਸੀਗਾ ਕਿ ਅਸੀਂ ਅੰਦਰ ਦਾਖਲ ਹੀ ਨਹੀਂ ਹੋ ਪਾ ਰਹੇ, ਇੰਨਾ ਇਕੱਠ ਆ। ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਜਦੋਂ ਕੋਈ ਪੱਤਰਕਾਰ ਇਹ ਗੱਲ ਕਹਿੰਦਾ ਹੈ ਇੰਨਾ ਇਕੱਠ ਆ ਕਿ ਭਾਈ ਅਸੀਂ ਅੰਦਰ ਦਾਖਲ ਨਹੀਂ ਹੋ ਸਕਦੇ, ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿੰਨਾ ਇਕੱਠ ਹੋਏਗਾ। ਸੋ ਜਦੋਂ ਇਕੱਠ ਹੋਏਗਾ ਤਾਂ ਫਿਰ ਏਜੰਸੀਆਂ ਦੀ ਨਿਗਾਹ ਜਾਂ ਕਹਿ ਲਓ ਜਿਹੜੇ ਗੁਪਤਚਰ ਹੁੰਦੇ ਆ ਸਿਆਸਤਦਾਨਾਂ ਦੇ, ਉਹਨਾਂ ਦੀ ਨਿਗਾਹ ਔਰ ਖੁਦ ਸਿਆਸਤਦਾਨਾਂ ਦੀ ਨਿਗਾਹ ਇਸ ਪਾਸੇ ਜਾਏਗੀ ਜਾਏਗੀ। ਜੀ। ਜੀ, ਬਿਲਕੁਲ। ਪੰਜਾਬੀ ਰੇਡੀਓ USA ਦੇ ਉੱਤੇ ਵੀ ਇਸ ਦੀ ਪੂਰੀ ਲਾਈਵ ਕਵਰੇਜ ਸਾਰੀ ਰਾਤ ਜਿਹੜੀ ਉਹ ਚੱਲਦੀ ਰਹੀ ਸੀਗੀ। YouTube 'ਤੇ ਵੀ, Facebook 'ਤੇ ਵੀ। ਸੋ ਬਹੁਤ ਸਾਰੀਆਂ ਸਪੀਚਾਂ ਵਗੈਰਾ ਜਿਹੜੀਆਂ ਹੋਈਆਂ ਆ। ਸੋ ਚਲੋ ਕੋਈ ਨਹੀਂ, ਮੁਲਾਂਕਣ ਜਿਹੜਾ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਰੀਆਂ ਚੀਜ਼ਾਂ ਦਾ ਉਹ ਕਰਾਂਗੇ। ਕੌਣ ਕੀ ਕਹਿੰਦੇ ਆ। ਅਜਮੇਰ ਸਿੰਘ ਹਿਸਟੋਰੀਅਨ ਉਹ ਵੀ ਬੋਲੇ, ਸਿਮਰਨਜੀਤ ਸਿੰਘ ਜੀ ਮਾਨ ਉਹ ਵੀ ਉੱਥੇ ਬੋਲੇ ਆ। ਉਹਨਾਂ ਦੇ ਪਰਿਵਾਰ ਵੱਲੋਂ ਵੀ ਜਿਹੜੇ ਉਹ ਆਏ ਸੀ, ਉਹਨਾਂ ਦੀ ਬੱਚੀ ਨੂੰ ਵੀ ਕਲਾਵੇ 'ਚ ਲਿਆ। ਪੰਥ ਦੀ ਧੀ ਇੱਕ ਹਿਸਾਬ ਦੇ ਨਾਲ ਉਸਨੂੰ ਜਿਹੜਾ ਉਹ ਮੰਨਿਆ ਗਿਆ। ਸੋ ਕਾਫੀ ਕੁਛ ਜਿਹੜਾ ਆ ਉਹ ਉੱਥੇ ਵਾਪਰਿਆ। ਇੱਕ ਚੀਜ਼ ਜਿਹੜੀ ਆ ਮਿੰਟੂ ਜੀ ਆਪਾਂ ਕਹਿ ਸਕਦੇ ਹਾਂ ਵੀ ਜਿਸ ਨੂੰ ਸਟੇਜਾਂ ਤੋਂ ਬੋਲਣ ਦੇ ਉੱਤੇ ਰੋਕ ਲਾਈ ਗਈ ਸੀ, ਹੁਣ ਉਸ ਦੇ ਲਈ ਦੇਖੋ ਕਿਸ ਤਰੀਕੇ ਦੇ ਨਾਲ ਸਟੇਜਾਂ ਜਿਹੜੀਆਂ ਉਹ ਲੱਗ ਰਹੀਆਂ ਆ। ਇਹ ਵਰਤਾਰਾ ਵਾਕਿਆ ਹੀ ਬਹੁਤ ਘੱਟ ਜਿਹੜਾ ਉਹ ਦੇਖਣ ਨੂੰ ਆਪਾਂ ਨੂੰ ਇੱਦਾਂ ਮਿਲਦਾ ਹੈਗਾ ਆ।